ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਕੈਨੇਡਾ ਸਰਕਾਰ ਨੇ ਕੱਲ ਜੋ ਇੱਕਦਮ ਫੈਸਲਾ ਲਿਆ ਉਸ ਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਉੱਤੇ ਪ੍ਰਭਾਵ ਪਿਆ ਹੈ ਤੇ ਸਿਰਫ ਆਮ ਲੋਕ ਹੀ ਨਹੀਂ ਸਗੋਂ 에ਅਰਲਾਈਨਸ ਦੇ ਉੱਤੇ ਵੀ ਕਾਮਿਆਂ ਦੇ ਉੱਤੇ ਵੀ ਪ੍ਰਭਾਵ ਪਿਆ ਹੈ। ਉਸ ਨੂੰ ਲੈ ਕੇ ਤੇ ਨਾਲ ਹੀ ਜਿਨ੍ਹਾਂ ਨੇ ਆਪਣੇ ਟ੍ਰਿਪ ਪਲਾਨ ਕੀਤੇ ਹੋਏ ਸੀ ਤਾਂ ਉਸ ਤੋਂ ਬਾਅਦ ਹੋਟਲ ਵੀ ਬੁੱਕ ਕਰਵਾਏ ਹੋਏ ਸੀ ਕੁਆਰੰਟੀਨ ਦੇ ਵਾਸਤੇ ਉਸ ਦੇ ਰੀਫੰਡ ਨੂੰ ਲੈ ਕੇ ਤੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਵਾਲ ਕਿ ਕੈਨੇਡਾ ਸਰਕਾਰ ਦੇ ਵੱਲੋਂ ਇੱਕਦਮ ਇਹ ਫੈਸਲਾ ਲਿਆ ਗਿਆ। ਉਸ ਦੇ ਉੱਤੇ ਐਮਪੀ ਰਣਦੀਪ ਸਰਾਏ ਅੱਜ ਸਾਡੇ ਨਾਲ ਮੌਜੂਦ ਹੋਣਗੇ। ਉਹਨਾਂ ਤੋਂ ਜਾਣਦੇ ਹਾਂ ਇਹਨਾਂ ਸਵਾਲਾਂ ਦੇ ਜਵਾਬ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਅਨਾਉਂਸਮੈਂਟ ਹੋਈ ਹੈ ਉਸ ਦੇ ਬਾਰੇ ਵਿਸਥਾਰ 'ਚ ਦੱਸ ਦਿਓ। ਸ਼ੋਰ ਜਿਹੜੀ ਅਨਾਉਂਸਮੈਂਟ ਹੈ ਸੋ ਕੱਲ੍ਹ ਰਾਤ ਤੋਂ ਜੋ ਵੀ ਫਲਾਈਟਾਂ ਇੰਡੀਆ ਜਾਂ ਪਾਕਿਸਤਾਨ ਤੋਂ ਆਉਂਦੀਆਂ ਸੀਗੀਆਂ ਡਾਇਰੈਕਟ ਫਲਾਈਟਾਂ ਉਹ ਬੰਦ ਕੀਤੀਆਂ ਗਈਆਂ, ਸਸਪੈਂਡ ਹੈ 1 ਮਹੀਨੇ ਵਾਸਤੇ। ਮੇ 22 ਤੱਕ ਉਹ ਸਸਪੈਂਡਡ ਹੈ ਕਿਉਂਕਿ ਜਿਹੜੇ ਕੋਵਿਡ ਕੇਸਿਸ ਆ ਉਹਨਾਂ ਫਲਾਈਟਾਂ ਦੇ ਬਹੁਤ ਹਾਈ ਸੀ, ਤਕਰੀਬਨ 1.8% ਈਚ ਫਲਾਈਟ ਦੇ ਵਿੱਚ ਆਉਂਦੇ ਸੀਗੇ। ਸੋ ਬਾਕੀ ਸਾਰੀਆਂ ਫਲਾਈਟਾਂ ਨਾਲ ਤਕਰੀਬਨ ਡਬਲ ਸੀਗਾ ਕੋਵਿਡ ਰੇਟ ਜਿਹੜਾ, ਸੋ ਉਹਨੂੰ ਕੰਟਰੋਲ ਕਰਨ ਵਾਸਤੇ ਇਹ ਫਲਾਈਟਾਂ ਸਸਪੈਂਡ ਕੀਤੀਆਂ ਗਈਆਂ। ਤੇ ਫਿਰ ਜਦੋਂ ਹੈਲਥ ਅਥਾਰਟੀਜ਼ ਦੇ ਵੱਲੋਂ ਜਿਹੜੇ ਅੰਕੜੇ ਦਿੱਤੇ ਗਏ ਨੇ ਉਹਦੇ ਵਿੱਚ ਦੱਸਿਆ ਉਹਨਾਂ ਨੇ ਪਿਛਲੇ 2 ਹਫ਼ਤੇ ਵਿੱਚ ਇੰਡੀਆ ਤੋਂ 35 ਐਸੀਆਂ ਫਲਾਈਟਸ ਆਈਆਂ ਜਿਹਦੇ ਵਿੱਚ ਕੋਵਿਡ-19 ਦੇ ਮਾਮਲੇ ਪਾਏ ਹੀ ਗਏ ਨੇ, ਪਰ ਪਾਕਿਸਤਾਨ ਤੋਂ ਸਿਰਫ 2 ਆਈਆਂ ਨੇ 2 ਹਫ਼ਤੇ ਦੇ ਵਿੱਚ। ਫਿਰ ਪਾਕਿਸਤਾਨ ਨੂੰ ਇਸ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ? ਕਿਉਂਕਿ ਜਿਹੜਾ ਇਨਫੈਕਸ਼ਨ ਰੇਟ ਆ ਉਹਨਾਂ ਦੇ ਵਿੱਚ ਵੀ ਪਰਸੈਂਟੇਜ ਵਾਈਜ਼ ਉਨਾ ਹੀ ਸੀ। ਸੋ ਇਹ 2 ਏਅਰਲਾਈਨਾਂ ਦੇ 2 ਡੈਸਟੀਨੇਸ਼ਨਾਂ ਤੋਂ ਸਭ ਤੋਂ ਹਾਈਐਸਟ ਪਰਸੈਂਟ, ਸੋ 100 ਪੈਸੇਂਜਰ ਮਗਰ ਤਕਰੀਬਨ ਆਲਮੋਸਟ 2 ਵਿਅਕਤੀ ਕੋਵਿਡ, ਈਵਨ ਦੋ ਉੱਥੇ ਪਹਿਲਾਂ ਵੀ ਟੈਸਟ ਹੁੰਦਾ ਪਰ ਸਮਹਾਓ ਬਿਟਵੀਨ ਪਹਿਲੇ ਟੈਸਟ ਤੋਂ ਤਾਂ ਇੱਥੇ ਆਉਣ ਤੱਕ ਫੇਰ ਵੀ ਉਹਨਾਂ ਦੇ 2 ਵਿਅਕਤੀ ਐਟਲੀਸਟ ਈਚ ਫਲਾਈਟ ਦੇ ਵਿੱਚ ਰਫਲੀ ਇਨਫੈਕਟਡ ਆ ਰਹੇ ਆ, ਇਸ ਕਰਕੇ ਕੀਤਾ ਗਿਆ। ਤੇ ਟਰਾਂਸਪੋਰਟ ਮਿਨਿਸਟਰ ਨੇ ਇਸ ਦੇ ਉੱਤੇ ਕਿਹਾ ਕਿ 3rd ਕੰਟਰੀ ਦੇ ਰਾਹੀਂ ਤੁਸੀਂ ਆ ਸਕਦੇ ਹੋ, ਉਸ ਬਾਰੇ ਵੀ ਦੱਸ ਦਿਓ। ਹਾਂਜੀ, ਜੇ 3rd ਕੰਟਰੀ ਰਾਹੀਂ ਕੋ ਆ ਰਿਹਾ ਹੈਗਾ ਉਹਨੂੰ ਜਿਹੜੀ ਲੇਓਵਰ ਆ ਜਿੱਥੇ ਡੈਸਟੀਨੇਸ਼ਨ ਹੈਗੀ ਉਹ ਤੇ ਫੇਰ PCR ਕੋਵਿਡ ਟੈਸਟ ਕਰਨਾ ਪਊਗਾ। ਉਹ ਜੇ ਨੈਗੇਟਿਵ ਆਊਗਾ ਫਿਰ ਉਹ 2nd ਫਲਾਈਟ ਲੈ ਕੇ ਕੈਨੇਡਾ ਆ ਸਕਦਾ। ਇੱਥੇ ਫਿਰ ਕੋਵਿਡ ਉਹਦਾ ਟੈਸਟ ਹੋਊਗਾ, 3 ਦਿਨ ਦਾ ਕੁਆਰੰਟੀਨ ਹੋਟਲ 'ਚ ਰਹੂਗਾ, ਉਸ ਤੋਂ ਬਾਅਦ 11 ਦਿਨ ਘਰ ਹੋਊਗੇ। ਸੋ ਇਹ ਇੱਕ ਐਕਸਟਰਾ ਮੈਜਰ ਹੋ ਗਿਆ ਤਾਂ ਕਿ ਉਹਦੀ ਸਕਰੀਨਿੰਗ ਜੇ ਬਾਈ ਚਾਂਸ ਉਹ ਇੰਡੀਆ ਜਾਂ ਪਾਕਿਸਤਾਨ ਤੋਂ ਚੜ੍ਹ ਗਿਆ ਹੋਵੇ ਆਲਰੇਡੀ ਤਾਂ ਪਰ 2nd ਫੇਜ਼ ਤੱਕ ਉਹਦਾ ਕੋਵਿਡ ਹੋ ਗਿਆ ਫਿਰ ਉਹਨੂੰ ਉੱਥੇ ਕੁਆਰੰਟੀਨ ਕਰਨਾ ਪਊਗਾ ਜਿੱਥੇ ਵੀ ਲੇਓਵਰ ਹੈਗਾ, ਉਹ ਤੋਂ ਬਾਅਦ ਫਿਰ ਇੱਥੇ ਆ ਸਕਦੇ ਆ। ਤੇ ਫਿਰ ਜਿਵੇਂ ਇਹ ਗੱਲ ਕਹੀ ਗਈ ਹੈ ਪਰ 72 ਆਵਰਸ ਦੇ ਵਿੱਚ ਹੀ ਜੇਕਰ ਇੰਡੀਆ ਤੋਂ ਵੀ ਟੈਸਟ ਕਰਵਾਇਆ ਜਾਂਦਾ ਤਾਂ ਉਹ ਵੀ ਨਹੀਂ ਮੰਨਿਆ ਜਾਊਗਾ? ਨਹੀਂ, ਉਹ ਮੈਂ ਤੁਹਾਨੂੰ ਮੇਰੇ ਖਿਆਲ ਅੱਗੇ ਵੀ ਐਗਜ਼ਾਮਪਲ ਦਿੱਤਾ ਸੀ। ਬਹੁਤ ਲੋਕ 72 ਆਵਰ ਪਹਿਲਾਂ ਕਰਾ ਲੈਂਦੇ ਆ, ਜੋ ਓਬਵੀਅਸਲੀ ਲੌਜਿਸਟਿਕਸ ਲਈ ਸਾਨੂੰ 72 ਆਵਰ ਕਰਨਾ ਪੈਂਦਾ। ਉਹਦਾ ਰਿਜ਼ਲਟ 24 ਘੰਟੇ ਜਾਂ 48 ਆਵਰ ਬਾਅਦ ਆਉਂਦਾ ਆ। ਉਹ ਬਾਅਦ ਆਉਣ ਦੇ ਟਾਈਮ ਦੇ ਵਿੱਚ ਹੀ ਫਲਾਈਟ ਆਉਣ ਤੱਕ ਤੁਹਾਡੇ ਬਹੁਤ ਚਾਂਸਸ ਆ। ਹੁਣ ਦਿੱਲੀ ਆਪਾਂ ਦੇਖ ਰਹੇ ਬਹੁਤ ਇਨਫੈਕਟਡ ਆ, ਤੁਸੀਂ ਟੈਕਸੀ ਦੇ ਵਿੱਚ, ਬੱਸ ਦੇ ਵਿੱਚ ਜਾਂ ਜਦੋਂ ਉੱਥੇ ਪਹੁੰਚਦੇ ਏਅਰਪੋਰਟ 'ਤੇ ਕਈ ਥਾਵਾਂ ਤੋਂ ਤੁਸੀਂ ਇਨਫੈਕਟ ਹੋ ਸਕਦੇ ਆ। ਇਸ ਕਰਕੇ ਫੇਰ ਵੀ ਈਵਨ ਦੋ ਉਹ ਨੈਗੇਟਿਵ ਟੈਸਟ ਲੈ ਕੇ ਸਾਰੇ ਪੈਸੇਂਜਰ ਆਉਂਦੇ ਸੀ, ਉਹਨਾਂ ਦੇ ਬਾਵਜੂਦ ਵੀ 1.82% ਜਿਹੜੇ ਵਿਅਕਤੀ ਆ ਉਹ ਕੋਵਿਡ ਇਨਫੈਕਟਡ ਹੋ ਕੇ ਆਉਂਦੇ ਸੀ। ਤੇ ਫਿਰ ਜਿਵੇਂ 30 ਦਿਨ ਦੇ ਵਾਸਤੇ ਫੈਸਲਾ ਲਿਆ ਗਿਆ ਕਿ ਇਸ ਨੂੰ ਕੇਸਾਂ ਨੂੰ ਦੇਖਦੇ ਹੋਏ ਅੱਗੇ ਹੋਰ ਵਧਾਇਆ ਜਾ ਸਕਦਾ? ਹਾਂਜੀ, ਇਹ ਮੋਨੀਟਰ ਕੀਤਾ ਜਾਊਗਾ। ਹੈਲਥ ਕੈਨੇਡਾ ਦੀ ਐਡਵਾਈਸ 'ਤੇ ਕੀਤਾ ਜਾਂਦਾ ਹੁੰਦਾ। ਸੋ ਉਹ 4 ਵੀਕਾਂ ਨਾਲੇ ਉਹ ਨਹੀਂ ਦੇਖਣਾ ਜਿਹੜਾ ਵੇਰੀਐਂਟ ਇੰਡੀਆ ਵਾਲਾ ਜਿਹੜਾ ਕਿ ਆਲਰੇਡੀ ਇੱਥੇ ਆ ਗਿਆ, ਜਿਹਨੂੰ ਕਹਿ ਦਿੰਦੇ ਡਬਲ ਮਿਊਟੈਂਟ ਵੇਰੀਐਂਟ, ਇਹਦਾ ਕੀ ਕੌਨਸੀਕੁਐਂਸਿਸ ਆ। ਇਹ ਜ਼ਿਆਦਾ ਇਨਫੈਕਸ਼ਨ ਰੇਟ ਆ, ਇਹਦਾ ਸਪਰੈਡ ਜ਼ਿਆਦੀ ਆ, ਕੀ ਇਹਦੇ ਹੈਗੇ ਹਜੇ ਤੱਕ ਇਹਦੀ ਬਾਹਲੀ ਖੋਜ ਨਹੀਂ ਕੀਤੀ ਗਈ। ਜਿਵੇਂ ਬ੍ਰਾਜ਼ੀਲ ਦੀ ਵੇਰੀਐਂਟ ਜਾਂ ਸਾਊਥ ਅਫਰੀਕਾ ਦਾ ਵੇਰੀਐਂਟ ਜਾਂ ਇੰਗਲੈਂਡ ਦਾ ਵੇਰੀਐਂਟ, ਉੱਤੇ ਕਾਫੀ ਰਿਸਰਚ ਹੋਈ ਹੈ। ਇਹ ਇੱਕ ਨਵਾਂ ਵੇਰੀਐਂਟ ਹੈ, ਇਹਦੇ ਬਾਰੇ ਬਾਹਲੀ ਜਾਣਕਾਰੀ ਹਜੇ ਤੱਕ ਨਹੀਂ ਹੈਗੀ। ਤੇ ਫਿਰ ਇਸ ਦੇ ਨਾਲ ਹੀ ਜਿਹੜਾ ਹੋਟਲ ਕਈਆਂ ਨੇ ਬੁੱਕ ਕਰਵਾਏ ਹੋਏ ਸੀ ਤੇ ਫਿਰ ਉਹ ਜਿਹੜੇ ਉਹਨਾਂ ਨੂੰ ਵਾਪਸ ਆਉਣਗੇ ਉਸ 'ਤੇ ਜਿਹੜਾ ਰਿਫੰਡ ਹੋਏਗਾ? ਮੇਰੇ ਖਿਆਲ ਉਹ ਰੀਫੰਡ ਤਾਂ ਉਹਨਾਂ ਨੂੰ ਹੋ ਜਾਣਾ ਚਾਹੀਦਾ। ਜੇ ਕੋਈ ਮੁਸ਼ਕਿਲ ਉੱਤੇ ਆਈ ਤਾਂ ਸਾਨੂੰ ਜ਼ਰੂਰ ਦੱਸ ਦੇਣ ਉਹਦਾ। ਤੇ ਇਸ ਨਾਲ ਜਿਵੇਂ ਐਲਬਰਟਾ ਤੋਂ ਕੱਲ੍ਹ ਦੱਸਿਆ ਗਿਆ ਕਿ ਉਸੇ ਵੇਰੀਐਂਟ ਦਾ ਇੱਕ ਕੇਸ ਐਲਬਰਟਾ ਤੋਂ ਸਾਹਮਣੇ ਆ ਚੁੱਕਿਆ ਹੈ ਤੇ ਫਿਰ ਉਹ ਜਿਹੜਾ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ ਤਾਂ ਉਸ ਦੇ ਉੱਤੇ ਹੋਰ ਕੀ ਕਦਮ ਚੁੱਕੇ ਜਾ ਰਹੇ ਨੇ ਕੈਨੇਡਾ ਸਰਕਾਰ ਵੱਲੋਂ? ਦੇਖੋ, ਈਵਨ ਕਈ ਮੰਗ ਕਰ ਰਿਹਾ ਕਿ ਇੰਟਰ ਪ੍ਰੋਵਿੰਸ਼ੀਅਲ ਫਲਾਈਟਾਂ ਵੀ ਕੰਟਰੋਲ ਕੀਤੀਆਂ ਜਾਣੀਆਂ ਚਾਹੀਦੀਆਂ। BCA ਅੱਜ ਮੇਰੇ ਖਿਆਲ ਐਲਾਨ ਕਰਨੇ ਆ ਕੋਈ ਹੋਰ ਸਟ੍ਰਿਕਟ ਟਰੈਵਲ ਮੈਜਰ ਜਿੱਥੇ ਉਹ ਤੁਹਾਨੂੰ ਜਿੱਦਾਂ ਕਾਊਂਟਰ ਅਟੈਕ ਦੇ ਸਟਾਪ ਕਰਦੇ ਰੋਡ ਦੇ ਉੱਤੇ ਉਹ ਵੀ ਕਰਨਗੇ ਤਾਂ ਕਿ ਤੁਸੀਂ ਆਪਣੇ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਨਾ ਜਾਓ। ਸੋ ਆਪਾਂ ਫਰੇਜ਼ਰ ਹੈਲਥ ਦੇ ਆ, ਤੁਸੀਂ ਕੋਸਟਲ ਹੈਲਥ ਜਾਂ ਹੋਰ ਰੀਜਨ ਦੇ ਵਿੱਚ ਜਾਂ ਫੈਰੀ ਫੜ ਕੇ ਵਿਕਟੋਰੀਆ ਨਾ ਜਾਓ ਜਾਂ ਵਿਸਲਰ ਨਾ ਜਾਓ। ਇਸ ਟਾਈਪ ਆਫ ਕੰਡੀਸ਼ਨਾਂ ਕੀਤੀਆਂ ਜਾਣਗੀਆਂ ਜਿਹਦੇ ਨਾਲ ਸਪਰੈਡ ਅਸੀਂ ਕੰਟਰੋਲ ਕੀਤਾ ਜਾਊਗਾ। ਤੇ ਫਿਰ ਟੀਕਿਆਂ ਦੀ ਸਪਲਾਈ ਨੂੰ ਲੈ ਕੇ ਵੀ ਦਿੱਕਤ ਆ ਰਹੀ ਹੈ ਕਿ ਬਹੁਤ ਜ਼ਿਆਦਾ ਗਿਣਤੀ ਜਿਹੜੇ ਲੋਕ ਟੀਕੇ ਲਗਵਾਉਣੇ ਵੀ ਚਾਹੁੰਦੇ ਨੇ ਤਾਂ ਫਿਰ ਉਹਨਾਂ ਦੀ ਹਜੇ ਵਾਰੀ ਨਹੀਂ ਆ ਰਹੀ ਸਪਲਾਈ ਦੇ ਕਰਕੇ, ਉਹਦੇ ਉੱਤੇ ਕਿਵੇਂ ਕੰਮ?
ਦੇਖੋ ਸਪਲਾਈ ਤਾਂ ਐਕਚੁਅਲੀ ਵੱਧ ਰਿਹਾ, ਅਸੀਂ ਐਕਸਪੈਕਟੇਸ਼ਨ ਤੋਂ ਵੱਧ ਇਸ ਵੇਲੇ ਸਾਡੇ ਕੋਲ ਕੋਵਿਡ ਵੈਕਸੀਨਸ ਹੈਗੀਆਂ 6 ਮਿਲੀਅਨ ਡੋਸੇਜ ਇਸ ਮਹੀਨੇ ਆਏ ਆ, ਅਗਲੇ ਮਹੀਨੇ ਤੋਂ ਡਬਲ ਆਈ ਥਿੰਕ 8 ਮਿਲੀਅਨ ਤੋਂ 10 ਮਿਲੀਅਨ ਡੋਸੇਜ ਆਉਣਗੇ। ਜਿਹੜੇ ਫਾਈਜ਼ਰ ਦੇ ਉਹੀ ਬਹੁਤ ਆ ਰਿਹਾ। ਸਰੀ ਦੇ ਵਿੱਚ ਜਿਹੜਾ ਫਰੇਜ਼ਰ ਹੈਲਥ ਰੀਜਨ ਆ, ਇਹ ਨਹੀਂ ਸਾਰਿਆਂ ਨੂੰ 40 ਤੋਂ ਉੱਪਰ ਕਿਹਾ ਕਿ ਜਿੰਨੀਆਂ ਵੀ ਫਾਰਮੇਸੀਜ਼ ਆ ਉਹਦੇ ਵਿੱਚ ਬੁੱਕ ਕਰਕੇ ਤਾਂ ਤੁਸੀਂ ਆਪਣੇ ਬੁੱਕ ਕਰਾਓ। ਜਿਹੜੇ 40 ਤੋਂ ਉੱਪਰ ਉੱਦਾਂ ਵੀ ਰਜਿਸਟਰ ਕਰ ਸਕਦੇ ਆ। ਜਿਹੜੇ ਰੈਗੂਲਰ ਰੂਟੀਨ ਵਾਲੇ ਹੈਗੇ ਆ, ਨਾਨ ਹਾਈ ਇਨਫੈਕਸ਼ਨ ਰੇਟ ਵਾਲੇ ਲੋਕ ਏਰੀਆਜ਼ ਜਿਹੜੇ ਹੈਗੇ ਆ, ਉਹਨਾਂ ਤੋਂ ਇਲਾਵਾ ਵੀ ਜਿਹੜੇ ਏਰੀਆ ਹੈਗੇ ਆ ਉਹਨਾਂ ਦੀ ਵੀ ਬਾਰੀ ਆਉਣ ਵਾਲੇ 1 2 3 ਹਫ਼ਤਿਆਂ ਦੇ ਵਿੱਚ ਆਉਣ ਵਾਲੀ ਹੈਗੀ ਆ। ਤੇ ਫਿਰ ਟਰੈਵਲ ਨੂੰ ਲੈ ਕੇ ਮੈਂ ਆਖਰੀ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਦਿਨ ਪਹਿਲਾਂ ਹੀ ਇਸ ਐਲਾਨ ਤੋਂ ਸੰਕੇਤ ਦਿੱਤੇ ਸੀ ਕਿ ਟਰੈਵਲ ਦੇ ਉੱਤੇ ਜਿਹੜੇ ਫਲਾਈਟਾਂ ਨਹੀਂ ਬੰਦ ਹੋ ਸਕਦੀਆਂ, ਤਾਂ ਫਿਰ ਉਸ ਤੋਂ ਬਾਅਦ ਇੱਕਦਮ ਮਤਲਬ ਇਸ ਫੈਸਲੇ ਨੂੰ ਲਿਆ ਗਿਆ। ਦੇਖੋ ਸਾਰੀਆਂ ਫਲਾਈਟਾਂ ਨਹੀਂ ਬੰਦ ਹੋ ਸੀ ਕਿਉਂਕਿ ਅਸੀਂ ਕਾਰਗੋ ਵੀ ਲਿਆਉਂਦੇ ਆ, ਅਸੀਂ ਅਸੈਂਸ਼ੀਅਲ ਵਰਕਰ ਵੀ ਕਈ ਬੈਕ ਐਂਡ ਫੋਰ ਜਾਂਦੇ ਆ। ਸੋ ਉਹ ਕੰਪਲੀਟ ਲਾਕਡਾਊਨ ਨਹੀਂ ਹੁੰਦਾ, ਪਰ ਬਲੌਕੇਜਸ ਜਿਵੇਂ ਪਹਿਲਾਂ ਜਦੋਂ ਪੈਂਡੈਮਿਕ ਹੋਇਆ ਸੀ ਇਟਲੀ ਤੋਂ ਬਲੌਕ ਕੀਤੀਆਂ ਸੀ ਫਲਾਈਟਾਂ, ਇੰਗਲੈਂਡ ਤੋਂ ਵੀ ਕੀਤੀਆਂ ਗਈਆਂ ਸੀਗੀਆਂ, ਹੁਣ ਇਹ ਇੰਡੀਆ ਦੀ ਵੀ ਹੋਈਆਂ। ਇਸ ਵੇਲੇ ਬਹੁਤ ਘੱਟ ਫਲਾਈਟਾਂ, ਮੇਰੇ ਖਿਆਲ 8 ਤੋਂ 10% ਹੀ ਫਲਾਈਟਾਂ ਚੱਲਦੀਆਂ। ਉਹ ਗਲੋਬਲੀ ਏਅਰ ਕੈਨੇਡਾ ਦਾ ਐਗਜ਼ਾਮਪਲ ਹੈ ਕਿ ਉਹ 90% ਪਲੱਸ ਉਹਨਾਂ ਦੀ ਇੰਟਰਨੈਸ਼ਨਲ ਫਲਾਈਟਾਂ ਬੰਦ ਹੈਗੀਆਂ। ਸੋ ਬਹੁਤ ਥੋੜ੍ਹੀਆਂ ਚੱਲਦੀਆਂ, ਪਰ ਅਸੈਂਸ਼ੀਅਲ ਜਿਹੜੇ ਵਰਕਰ ਆ ਜਾਂ ਅਸੈਂਸ਼ੀਅਲ ਗੁੱਡਸ ਜਾਂ ਕਾਰਗੋ ਉਹ ਹਜੇ ਵੀ ਫਲੋ ਹੋਣ ਵਾਸਤੇ ਫਲਾਈਟਾਂ ਚੱਲਣੀਆਂ ਪੈਂਦੀਆਂ। ਜਿਹੜੇ ਲੋਕਾਂ ਨੇ ਟਰੈਵਲ ਨੂੰ ਲੈ ਕੇ ਆਪਣੇ ਪਲਾਨ ਬਣਾਏ ਹੋਏ ਸੀ ਉਸ ਦੇ ਉੱਤੇ ਚਲੋ ਪ੍ਰਭਾਵ ਪਿਆ ਹੀ, ਪਰ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਫੈਸਲਾ। ਏਅਰਲਾਈਨਸ ਦੇ ਉੱਤੇ ਹੁਣ ਏਅਰਲਾਈਨਸ ਦੇ ਕ੍ਰਿਊ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਹਨਾਂ ਦਾ ਫਿਰ ਤੋਂ ਕੰਮ ਚੱਲਿਆ ਜਾਵੇਗਾ, ਕਿ ਇਸ ਨੂੰ ਲੈ ਕੇ ਉਹਨੂੰ ਫਿਰ ਮੁੜ ਤੋਂ ਇੱਕ ਸਟਰਗਲ ਦੇ ਵਿੱਚ ਪਹੁੰਚ ਗਏ ਨੇ। ਹਾਂ ਦੇਖੋ ਉਹਨਾਂ ਵਾਸਤੇ ਅਸੀਂ ਆਲਵੇਜ਼ ਦੱਸਿਆ, ਅਸੀਂ ਜਿੰਨੇ ਵੀ ਵਰਕਰ ਆ ਉਹਨਾਂ ਨੂੰ ਸਪੋਰਟ ਕਰਾਂਗੇ। ਉਹਨਾਂ ਨੂੰ ਪਹਿਲਾਂ ਵੀ ਵੇਜ ਸਬਸਿਡੀ ਦੇ ਕੇ ਕੰਪਨੀ ਨੂੰ ਕਿਹਾ ਸੀਗਾ ਕਿ ਇਹਨਾਂ ਨੂੰ ਸਪੋਰਟ ਕਰੋ, ਹੁਣ ਵੀ ਅਸੀਂ ਉਹ ਦੇਵਾਂਗੇ। ਜੇ ਉਹ ਨਾ ਦੇਣਗੇ ਤਾਂ ਸਾਡੇ ਕੋਲ ਜਿਹੜੇ CRB ਬੈਨੀਫਿਟਸ ਆ ਹੋਰ ਆ ਉਹ ਐਕਸਟੈਂਡ ਕੀਤੇ ਗਏ। ਸੋ ਜੋ ਮਰਜ਼ੀ ਹੋ ਜਾਵੇ ਅਸੀਂ ਉਹ ਵਰਕਰਾਂ ਵਾਸਤੇ ਹਮੇਸ਼ਾ ਹਾਜ਼ਰ ਹੋਵਾਂਗੇ। ਤੇ ਫਿਰ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਆਪਣੇ ਵੱਲੋਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ? ਨਹੀਂ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨਾ ਵੀ ਹੱਥ ਜੋੜ ਕੇ ਬੇਨਤੀ, ਟਰੈਵਲ ਨਾ ਕਰੋ। ਖਾਸ ਕਰਕੇ ਜਿੰਨੇ ਵੀ ਲੋਕ ਰੀਸੈਂਟਲੀ ਇੰਡੀਆ ਗਏ ਆ, ਮੇਰੇ ਜਾਣਕਾਰੀ ਅਨੁਸਾਰ ਜਿੰਨੇ ਤਕਰੀਬਨ ਹਰ ਇੱਕ ਦੂਜੇ ਟਰੈਵਲਰ ਨੂੰ ਜਾਂ ਆਪ ਕੋਵਿਡ ਹੋਈ ਜਾਂ ਉਹਦੇ ਨਾਲ ਦੇ ਸਵਾਰੀਆਂ ਨੂੰ ਹੋਈ ਆ। ਕਈਆਂ ਦੀ ਡੈਥ ਵੀ ਉੱਥੇ ਫੈਮਿਲੀ 'ਚ ਹੋਈ ਆ। ਸਾਨੂੰ ਬਹੁਤ ਪਰਹੇਜ਼ ਰੱਖਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਇਹ ਨਹੀਂ ਕਿ ਸਾਡੇ ਕੋਲ ਟਾਈਮ ਹੈਗਾ, ਇਹ ਤੋਂ ਛੁੱਟੀਆਂ ਜਾਂ ਮੈਂ ਘਰੋਂ ਕੰਮ ਕਰ ਸਕਦਾ ਸੋ ਮੈਂ ਚਲੋ ਇੰਡੀਆ ਜਾ ਆਉਂਦੇ 4-5 ਹਫ਼ਤੇ। ਇਹ ਡੈਫੀਨਿਟਲੀ ਨਾ ਕਰੋ। ਇਹ ਤਦੇ ਪ੍ਰਾਈਮ ਮਿਨਿਸਟਰ ਤਕਰੀਬਨ ਪਿਛਲੇ 4-5 ਮਹੀਨਿਆਂ ਤੋਂ ਬਹੁਤ ਜ਼ੋਰ ਦੇ ਨਾਲ ਫੇਰ ਬੇਨਤੀ ਕਰਦੇ ਸੀ ਕਿ ਅਸੈਂਸ਼ੀਅਲ ਟਰੈਵਲ ਤੋਂ ਇਲਾਵਾ ਬਿਲਕੁਲ ਨਾ ਕਰੋ। ਅਸੈਂਸ਼ੀਅਲ ਉਹਨੂੰ ਕਹਿੰਦੇ ਆ ਜਿਹੜਾ ਜਿਵੇਂ ਤੁਹਾਡੀ ਕੋਈ ਮਦਰ ਨੂੰ ਬਹੁਤ ਸੀਰੀਅਸ ਇਲਨੈਸ ਆ ਜਾਂ ਤੁਹਾਡਾ ਕੋਈ ਬਹੁਤ ਡੈਥ ਹੋ ਗਈ ਫੈਮਿਲੀ ਦੇ ਵਿੱਚ, ਉਹਦੇ 'ਚ ਵੀ ਮਿਨੀਮਮ ਹੀ ਮੈਂ ਕਹਿ ਰਿਹਾ ਕਿ ਵਿਅਕਤੀ ਜਾਣ, ਅਦਰਵਾਈਜ਼ ਜਾਣਾ ਨਹੀਂ ਚਾਹੀਦਾ। ਤੁਹਾਡਾ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਤੇ ਆਪਣਾ ਸਮਾਂ ਕੱਢ ਕੇ ਜਾਣਕਾਰੀ ਦੇਣ ਲਈ। ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਨੂੰ। ਜਿਵੇਂ ਕਿ ਤੁਸੀਂ ਕੈਨੇਡਾ ਸਰਕਾਰ ਦੇ ਵੱਲੋਂ ਤਾਜ਼ਾ ਕੀਤੇ ਗਏ ਇਸ ਐਲਾਨ ਦੇ ਬਾਰੇ ਜਾਣਕਾਰੀ ਸੁਣੀ ਹੈ, 30 ਦਿਨ ਦੇ ਵਾਸਤੇ ਜੋ ਫਲਾਈਟਾਂ ਨੇ ਭਾਰਤ ਤੇ ਪਾਕਿਸਤਾਨ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ, ਤੇ ਇਹਨਾਂ ਫਲਾਈਟਾਂ ਦੇ ਬੰਦ ਕੀਤੇ ਜਾਣ ਦੇ ਸਮੇਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ, ਅਜਿਹਾ ਵੀ MP ਰਣਦੀਪ ਸਰਾਏ ਦੇ ਵੱਲੋਂ ਕਿਹਾ ਗਿਆ ਹੈ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਹੈ। ਪਰ ਇਹ ਜ਼ਰੂਰ ਹੈ ਕਿ ਤੁਸੀਂ ਤੀਜੇ ਦੇਸ਼ ਦੇ ਰਾਹੀਂ ਹੋ ਕੇ ਕੈਨੇਡਾ ਵਿੱਚ ਦਾਖਲ ਹੋ ਸਕਦੇ ਹੋ, ਪਰ ਉੱਥੇ ਵੀ ਤੁਹਾਨੂੰ ਜਿਹੜਾ COVID-19 ਦਾ PCR ਟੈਸਟ ਹੈ ਉਹ ਕਰਵਾਉਣਾ ਪਵੇਗਾ। ਨੈਗੇਟਿਵ ਰਿਪੋਰਟ ਤੁਹਾਡੇ ਕੋਲ ਹੋਵੇਗੀ ਤਾਂ ਹੀ ਤੁਸੀਂ ਉੱਥੇ ਤੋਂ ਕੈਨੇਡਾ ਦੇ ਵਿੱਚ ਆ ਸਕਦੇ ਹੋ।